ਇਸੇ ਤਰ੍ਹਾਂ ਅਜੇ 8 ਸਾਲ ਦੀ ਉਮਰ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦੀ ਹੁੰਦੀ ਹੈ ਅਤੇ 1638 ਈਸਵੀ ਦੇ ਵਿੱਚ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਸਨਮਾਨਯੋਗ ਬਾਬਾ ਗੁਰਦਿੱਤਾ ਸਾਹਿਬ, ਜਿਨ੍ਹਾਂ ਨੂੰ ਸਤਿਗੁਰੂ ਮਹਾਰਾਜ ਜੀ ਨੇ 6ਵੇਂ ਪਾਤਸ਼ਾਹ ਜੀ ਨੇ ਆਖਿਆ, ਵੇਖੋ ਗੁਰਦਿੱਤਾ ਜੀ, ਅੱਜ ਤਾਂ ਤੁਸੀਂ ਮੂਈ ਹੋਈ ਗਊ ਜਿਉਂਦੀ ਕਰ ਦਿੱਤੀ ਹੈ, ਕੱਲ੍ਹ ਨੂੰ ਕੋਈ ਬਾਦਸ਼ਾਹ ਇਹ ਆਖੇ ਵੀ ਮੇਰਾ ਪੁੱਤਰ ਇਹ ਵੀ ਜਿਉਂਦਾ ਕਰ ਦਿਓ, ਤਾਂ ਇਹ ਗੁਰਮਤਿ ਦੇ ਆਸ਼ੇ ਦੇ ਗੱਲ ਬਹੁਤ ਉਲਟ ਚੱਲ ਜਾਏਗੀ। ਸਾਡਾ ਸਿਧਾਂਤ ਇਸ ਗੱਲ ਦੀ ਆਗਿਆ ਨਹੀਂ ਦਿੰਦਾ। ਬਾਬਾ ਗੁਰਦਿੱਤਾ ਸਾਹਿਬ ਜੀ ਨੇ ਸੀਸ ਨਿਵਾਇਆ, ਆਖਿਆ, ਹੇ 6ਵੇਂ ਪਾਤਸ਼ਾਹ, ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਜਿਵੇਂ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਹੁਕਮ ਆ ਇਸੇ ਤਰ੍ਹਾਂ ਹੋਵੇਗਾ। ਜਦੋਂ ਆਪਾਂ ਕੀਰਤਪੁਰ ਸਾਹਿਬ, ਜਿਹੜੇ ਪੀਰ ਸਾਈਂ ਬੁੱਢਣ ਸ਼ਾਹ ਦੀ ਉਹਨਾਂ ਦੀ ਅਸਥਾਨ ਹੈ, ਉਸ ਅਸਥਾਨ ਦੇ ਥੋੜ੍ਹਾ ਜਿਹਾ ਉੱਪਰ ਜਾ ਕੇ ਬਾਬਾ ਗੁਰਦਿੱਤਾ ਸਾਹਿਬ ਜੀ, ਉਹਨਾਂ ਦਾ ਆਪਾਂ ਗੁਰਦੁਆਰਾ ਸਾਹਿਬ, ਉਹਨਾਂ ਸਥਾਨਾਂ ਦੇ ਦਰਸ਼ਨ ਕਰਦੇ ਹਾਂ। ਇਸ ਸਥਾਨ ਉੱਤੇ ਬਾਬਾ ਗੁਰਦਿੱਤਾ ਸਾਹਿਬ ਜੀ ਜਾਂਦੇ ਆ, ਅਰਦਾਸ ਕੀਤੀ ਅਤੇ ਬਾਬਾ ਗੁਰਦਿੱਤਾ ਸਾਹਿਬ ਜੀ ਸੱਚਖੰਡ ਪਿਆਨਾ ਕਰ ਗਏ। ਔਰ ਉਸ ਵੇਲੇ ਧੰਨ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦੀ ਆਜੂ ਜਿਹੜੀ ਹੈ ਉਹ 8 ਸਾਲ ਦੀ ਆ, ਜਦੋਂ ਆਪ ਦੇ ਪਿਤਾ ਜੀ ਅਕਾਲ ਚਲਾਣਾ ਕਰ ਜਾਂਦੇ ਆ। ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦਾ ਜਿਹੜਾ ਬਚਪਨ ਹੈ, ਵਾਹਿਗੁਰੂ ਅਕਾਲ ਪੁਰਖ ਦੀ ਰਜਾ ਵਿੱਚ ਬੀਤਦਾ ਹੈ। ਔਰ ਆਪ ਜੀ ਦੇ ਦੂਸਰੇ ਭਰਾਤਾ ਬਾਬਾ ਧੀਰ ਮੱਲ ਹੋਏ ਆ, ਜਿਨ੍ਹਾਂ ਨੂੰ ਦੇਖ ਕੇ ਕਦੇ ਗੁਰੂ ਹਰਗੋਬਿੰਦ ਸਾਹਿਬ ਅਤੇ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਸੀ, ਬਾਬਾ ਗੁਰਦਿੱਤਾ ਜੀ, ਇਸ ਬਾਲਕ ਨੂੰ ਵੇਖ ਕੇ ਇਉਂ ਜਾਪਦਾ ਹੈ ਕਿ ਸਾਡੇ ਤਾਏ ਬਾਬਾ ਪ੍ਰਿਥੀ ਚੰਦ ਦੀ ਰੂਹ ਨੇ ਦੁਬਾਰਾ ਸਾਡੇ ਘਰ ਵਿੱਚ ਜਨਮ ਲੈ ਲਿਆ। ਉਹਨਾਂ ਹੱਥ ਜੋੜ ਕੇ ਆਖਿਆ ਸੀ, ਕੋਈ ਕਿਰਪਾ ਕਰ ਦਿਓ। ਤਾਂ ਕਿਹਾ ਸੀ, ਨਾਮ ਧੀਰ ਮੱਲ ਰੱਖਦੇ, ਸ਼ਾਇਦ ਧੀਰਜ ਵਾਲਾ, ਸਬਰ ਅਤੇ ਸੰਤੋਖ ਵਾਲਾ ਬਣ ਜਾਏ। ਪਰ ਮੱਥੇ ਦੇ ਸੰਸਕਾਰ ਇਹਦੀਆਂ ਰੇਖਾਂ ਇਹ ਦੱਸਦੀਆਂ ਨੇ ਇਹ ਧੀਰਜ ਵਾਲਾ ਨਹੀਂ ਹੋਵੇਗਾ। ਉਸੇ ਧੀਰ ਮੱਲ ਨੇ ਕਰਤਾਰਪੁਰ ਆਪਣੇ ਦਾਦੇ ਦੇ ਉੱਤੇ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉੱਪਰ ਫੌਜਾਂ ਚਾੜਨ ਵਾਸਤੇ ਜਲੰਧਰ ਦੇ ਸੂਬੇਦਾਰ ਨੂੰ ਭੜਕਾਇਆ ਅਤੇ ਕਰਤਾਰਪੁਰ ਦੀ ਚੌਥੀ ਜੰਗ ਜਿਹੜੀ ਸੀ ਉਹ 6ਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਲੜਨੀ ਪਈ, ਜਿਸ ਵਿੱਚ ਪਹਿੰਦੇ ਖਾਂ ਭਲਵਾਨ, ਜਿਸ ਨੂੰ ਸਤਿਗੁਰਾਂ ਨੇ ਪਾਲਿਆ, ਜਦੋਂ ਹੰਕਾਰੀ ਬਣਿਆ, ਫਿਰ ਗੁਰੂ ਸਾਹਿਬ ਜੀ ਨੇ ਉਹਦਾ ਪ੍ਰਲੋਕ ਵੀ ਸੁਹੇਲਾ ਕੀਤਾ। ਅਤੇ ਇਸ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦਾ ਜਿਹੜਾ ਬਚਪਨ ਹੈ, ਉਹ ਮਹਾਰਾਜ ਜੀ ਦਾ 6ਵੇਂ ਪਾਤਸ਼ਾਹ ਉਹਨਾਂ ਦੀ ਸੰਗਤ 'ਚ ਬਤੀਤ ਹੁੰਦਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਿੰਨੇ ਵਡਭਾਗੇ ਆ। ਵੱਡਿਆਂ ਭਾਗਾਂ ਵਾਲੇ ਉਹ ਮਾਈ ਭਾਈ, ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕੀਤੇ ਆ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਗੁਰ ਸਿੱਖੀ ਸੋ ਥਾਨ ਭਾਲਿਆ, ਲੈ ਤੂਰ ਮੁਖ ਲਾਵਾਂ। ਗੁਰ ਸਿੱਖਾਂ ਕੀ ਘਾਲ ਥਾਏ ਪਈ, ਜਿਨ ਹਰ ਨਾਮ ਧਿਆਵਾ, ਜਿਨ ਨਾਨਕ ਸਤਿਗੁਰ ਪੂਜਿਆ, ਤਿਨ ਹਰ ਪੂਜ ਕਰਾ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਦੇਖਿਆ, ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੇ ਸਾਥੋਂ ਬਾਅਦ ਗੁਰਤਾ ਗੱਦੀ ਉੱਤੇ ਬਿਰਾਜਮਾਨ ਹੋਣਾ ਹੈ, ਬੜਾ ਕੋਮਲ ਚਿਹਰਾ ਹੈ, ਬੜੇ ਸ਼ਾਂਤ ਸੁਭਾਅ ਵਾਲੇ,
ਲੰਮਾ ਸਮਾਂ ਵਾਹਿਗੁਰੂ ਦੀ ਬੰਦਗੀ ਵਿੱਚ ਹੀ ਲੀਨ ਰਹਿੰਦੇ ਆ। ਦੁਨਿਆਵੀ ਫੁਰਨਿਆਂ ਦਾ ਕੋਈ ਮਨ ਉੱਤੇ ਅਸਰ ਹੀ ਨਹੀਂ ਹੁੰਦਾ ਹੈ। ਤੇ ਇਸ ਢੰਗ ਦੇ ਨਾਲ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਬਚਪਨ ਦੇ ਵਿੱਚ ਇੱਕ ਤਨ ਉੱਤੇ ਚੋਲਾ ਪਾਉਂਦੇ ਆ ਤੇ ਸੈਰ ਕਰਦਿਆਂ ਕਰਦਿਆਂ ਉਹਨਾਂ ਦੇ ਚੋਲੇ ਨਾਲ ਅੜ ਕੇ ਇੱਕ ਫੁੱਲ ਟਹਿਣੀ ਨਾਲੋਂ ਟੁੱਟ ਜਾਂਦਾ ਹੈ। ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਸੋਚ ਵਿਚਾਰ ਕਰਦੇ ਆ, ਫੁੱਲ ਟਹਿਣੀ ਦੇ ਨਾਲ ਲੱਗਾ ਸੀ, ਟਹਿਕਦਾ ਹੋਇਆ ਬੜਾ ਸੋਹਣਾ ਤੇ ਬੜਾ ਸੁੰਦਰ ਲੱਗਦਾ ਸੀ, ਟਹਿਣੀ ਨਾਲੋਂ ਟੁੱਟ ਗਿਆ। ਕੁਝ ਸਮੇਂ ਬਾਅਦ ਫੁੱਲ ਦੇ ਚਿਹਰੇ ਦਾ ਸੁਹੱਪਣ ਜਾਂਦਾ ਰਹੇਗਾ ਤੇ ਇਹ ਬਸ ਹੁਣ 2-4 ਘੜੀਆਂ ਦਾ ਪ੍ਰਾਹੁਣਾ ਹੈ। 2-4 ਘੰਟਿਆਂ ਬਾਅਦ ਇਹ ਕੁਮਲਾ ਜਾਏਗਾ, ਫਿਰ ਕਿਸੇ ਦੇ ਪੈਰ ਹੇਠ ਆਣ ਕੇ ਮਿੱਧਿਆ ਜਾਏਗਾ ਔਰ ਇਹ ਫੁੱਲ ਤੀਲਾ ਤੀਲਾ ਹੋ ਜਾਏਗਾ। ਮਨ ਵਿੱਚ ਸੋਚਦੇ ਆ ਕਿ ਮਨਾ ਮੇਰੇ ਪਾਸੋਂ ਭੁੱਲ ਹੋਈ ਆ, ਮੇਰੇ ਕੋਲੋਂ ਅਵੱਗਿਆ ਹੋ ਗਈ ਆ, ਮੈਂ ਇੱਕ ਫੁੱਲ ਨੂੰ ਦੁੱਖ ਦੇ ਬੈਠਾ ਹਾਂ। ਵੇਖੋ ਕਿੰਨਾ ਕੋਮਲ ਹਿਰਦਾ ਹੈ ਧੰਨ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦਾ। ਐ ਮਨਾ ਤੁਰੇ ਜਾਂਦਿਆਂ ਮੇਰੇ ਸਚੋਲੇ ਬਸਤਰ ਦੇ ਨਾਲ ਅੜ ਕੇ ਤੇ ਫੁੱਲ ਟਹਿਣੀ ਨਾਲੋਂ ਟੁੱਟ ਗਿਆ ਹੈ। ਕੋਮਲ ਹਿਰਦੇ ਦੇ ਵਿੱਚ ਵਿਚਾਰ ਕਰਦੇ ਆ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਨਜ਼ਰ ਪਈ। 6ਵੇਂ ਪਾਤਸ਼ਾਹ ਜੀ ਨੇ ਬਚਨ ਕੀਤਾ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਨੂੰ ਤੇ ਆਖਣ ਲੱਗੇ, ਜੇ ਵੱਡਾ ਚੋਲਾ ਪਹਿਨਿਆ ਤੇ ਸੰਭਲ ਕੇ ਚੱਲੀਦਾ, ਦਾਮਨ ਸੰਕੋਚ ਕੇ ਚੱਲੋ। ਪੱਲਾ ਵੱਡਾ ਹੈ, ਚੋਲਾ ਵੱਡਾ ਹੈ, ਹਮੇਸ਼ਾ ਸੰਕੋਚ ਕੇ ਚੱਲੀਦਾ ਹੈ। ਭਾਵ ਜੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਕੋਈ ਵੱਡੀਆਂ ਬਖਸ਼ਿਸ਼ਾਂ ਕਰਦਾ ਹੈ, ਜੇ ਆਪਾਂ ਦੁਨਿਆਵੀ ਪੱਖ ਲਈਏ ਤੇ ਕੋਈ ਬੰਦਾ ਅਮੀਰ ਹੋਵੇ, ਉਹਨੂੰ ਇਸ ਢੰਗ ਦੇ ਨਾਲ ਜ਼ਿੰਦਗੀ ਵਿੱਚ ਵਿਚਰਨਾ ਚਾਹੀਦਾ। ਉਹਦੇ ਕਾਰਨ ਕਿਸੇ ਦੂਸਰੇ ਦਾ ਕੋਈ ਨੁਕਸਾਨ ਨਾ ਹੋਵੇ, ਕਿਸੇ ਦੀ ਸ਼ਾਨ ਵਿੱਚ ਨਾ ਫਰਕ ਪਵੇ। ਤੇ ਇਸੇ ਤਰ੍ਹਾਂ ਜੇ ਕਿਸੇ ਕੋਲ ਪਰਮੇਸ਼ਰ ਦੇ ਨਾਮ ਦੀ ਦਾਤ ਬਖਸ਼ਿਸ਼ ਹੈ ਤੇ ਉਹਨੂੰ ਭਾਈ ਸਾਰਿਆਂ ਦੇ ਨਾਲ ਰਲ ਕੇ ਹੀ ਚੱਲਣਾ ਚਾਹੀਦਾ। ਇਹ ਨਹੀਂ ਵੀ ਮੈਂ ਬਹੁਤਾ ਜ਼ਿਆਦਾ ਅੱਗੇ ਹਾਂ, ਬਾਕੀ ਪਿੱਛੇ ਨੇ, ਮੈਂ ਹੀ ਗੁਰਮੁਖ ਹਾਂ, ਬਾਕੀ ਮਨਮੁਖ ਆ, ਮੈਂ ਹੀ ਸੰਗਤ ਕਰਦਾ, ਬਾਕੀਆਂ ਨੂੰ ਪਤਾ ਹੀ ਕੋਈ ਨਹੀਂ। ਤੋ ਇਹੋ ਜਿਹਾ ਸੁਭਾਅ ਹਮੇਸ਼ਾ ਬਣਾ ਕੇ ਚੱਲੋ। ਜੇ ਵਾਹਿਗੁਰੂ ਕੋਈ ਦਾਤ ਦਿੰਦਾ ਉਹਦੀ ਰਜ਼ਾ ਵਿੱਚ ਰਹਿਣਾ ਬਣਦਾ ਹੈ। 6ਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਇਹ ਇਸ਼ਾਰਾ ਕੀਤਾ ਔਰ ਉਸ ਤੋਂ ਬਾਅਦ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ, ਕਿਉਂਕਿ ਉਦੋਂ ਗੁਰੂ ਨਹੀਂ ਸੀ ਬਣੇ, ਅਜੇ 6ਵੇਂ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਪੋਤਰੇ ਸਨ, ਪਰ ਤਿਆਰੀ ਬੜੀ ਵੱਡੀ ਹੁੰਦੀ ਹੈ। ਉਹਨਾਂ ਦਾ ਸਿਮਰਨ, ਉਹਨਾਂ ਦਾ ਭਜਨ ਬੰਦਗੀ ਇਹ ਦੱਸਦਾ ਸੀ ਕਿ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਾਸੋਂ ਵੱਡੀ ਬਖਸ਼ਿਸ਼ ਪ੍ਰਾਪਤ ਕਰਨਗੇ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਬਾਬਾ ਬਕਾਲਾ ਵਿਖੇ ਬਿਰਾਜਮਾਨ ਸਨ ਤੇ ਬਾਬਾ ਗੁਰਦਿੱਤਾ ਸਾਹਿਬ ਜੀ ਅਕਾਲ ਪੁਰਖ ਨੂੰ ਪਿਆਰੇ ਹੋ ਗਏ ਸਨ। ਤਾਂ ਗੁਰੂ ਹਰਿਰਾਏ ਸਾਹਿਬ ਜੀ ਬਹੁਤ ਬੰਦਗੀ ਵਾਲੇ, ਸਦੇ ਰੱਬ ਦੇ ਗੁਣਾਂ ਦੇ ਨਾਲ ਭਰਪੂਰ ਆ। ਜਦੋਂ 6ਵੇਂ ਪਾਤਸ਼ਾਹ ਜੀ ਨੇ ਵੇਖਿਆ ਵੀ ਧੀਰ ਮੱਲ ਸਾਡੇ ਕਹਿਣੇ ਤੋਂ ਬਾਹਰ ਆ, ਇਹ ਹੁਣ ਤੁਰਕਾਂ ਦੀ ਝੋਲੀ ਜਾ ਪਿਆ ਹੈ, ਇਹ ਹੁਣ ਪ੍ਰਿਥੀ ਚੰਦ ਦੇ ਵਾਂਗ ਗੱਦੀ ਨੂੰ ਹਥਿਆਉਣੀ ਚਾਹੁੰਦਾ ਹੈ, ਤਾਂ ਇਹ ਇਸ ਢੰਗ ਦੇ ਨਾਲ ਨਹੀਂ, ਇੱਥੇ ਤਾਂ ਜਿਹੜਾ ਸੇਵਾ ਤੇ ਸਿਮਰਨ ਦੇ ਨਾਲ ਜੁੜੇ ਉਹੀ ਪਾਸ ਹੁੰਦਾ ਹੈ। 6ਵੇਂ ਪਾਤਸ਼ਾਹ ਜੀ ਨੇ ਫਿਰ ਇਹ ਗੁਰਤਾ ਗੱਦੀ ਦੀ ਦਾਤ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਨੂੰ ਬਖਸ਼ਿਸ਼ ਕੀਤੀ ਹੈ। ਗੁਰੂ ਹਰਿਰਾਏ ਸਾਹਿਬ ਜੀ ਨੇ ਹਮੇਸ਼ਾ ਸੰਗਤ ਵਿੱਚ ਇਹੀ ਉਪਦੇਸ਼ ਕਰਨਾ
ਭਾਈ ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ। ਜਿਹੜੇ ਪੰਛੀ ਆ ਇਹਨਾਂ ਦਾ ਵੀ ਖਿਆਲ ਰੱਖੋ, ਜਿਹੜੇ ਪਸ਼ੂ ਤੇ ਪੰਛੀ ਆ ਬੇਜ਼ੁਬਾਨੇ, ਔਰ ਉਹਨਾਂ ਨੂੰ ਜਦੋਂ ਪ੍ਰਸ਼ਾਦ ਛਕਦੇ ਸਨ ਗੁਰੂ ਹਰਿਰਾਏ ਸਾਹਿਬ ਜੀ ਉਹਨਾਂ ਦੇ ਵਾਸਤੇ ਬੁਰਕੀਆਂ ਕੱਢਿਆ ਕਰਦੇ ਸਨ। ਕਈ ਵਾਰ ਤੇ ਪ੍ਰਿੰਸੀਪਲ ਸਤਬੀਰ ਸਿੰਘ ਜੀ ਲਿਖਦੇ ਆ, ਕਈ ਜਾਨਵਰ ਬਿਲਕੁਲ ਉਹਨਾਂ ਦੇ ਨੇੜੇ, ਉਹਨਾਂ ਦੀ ਥਾਲੀ ਦੇ ਪਾਸ ਜਿੱਥੇ ਭੋਜਨ ਛਕਦੇ ਸਨ, ਵੀ ਇਹਨਾਂ ਨੇ ਸਾਨੂੰ ਇਸ ਥਾਂ ਤੋਂ ਇਹਨਾਂ ਨੇ ਗਰਾਹੀਆਂ ਦੇ ਕੇ, ਬੁਰਕੀਆਂ ਦੇ ਕੇ ਸਾਨੂੰ ਰੋਜੀ ਰੋਟੀ ਦੇਣੀ ਹੈ। ਅਤੇ ਸਦਾ ਹੀ ਸੰਗਤ ਨੂੰ ਅੰਮ੍ਰਿਤ ਵੇਲਾ ਸੰਭਾਲਣ ਦਾ, ਬਾਣੀ ਪੜ੍ਹਨ ਦਾ, ਨਿਮਰਤਾ ਵਿੱਚ ਰਹਿਣ ਦਾ ਪਾਠ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਬੜੇ ਪਿਆਰ ਦੇ ਨਾਲ ਪੜ੍ਹਾਇਆ ਕਰਦੇ ਸਨ। ਬਾਣੀ ਦਾ ਬਹੁਤ ਵੱਡਾ ਸਤਿਕਾਰ ਕੀਤਾ। ਉੱਚੇ ਪਲੰਘ 'ਤੇ ਬੈਠੇ ਸਨ, ਬਾਣੀ ਦੀ ਆਵਾਜ਼ ਕੰਨਾਂ ਵਿੱਚ ਪਈ ਵੀ ਸੰਗਤ ਬਾਣੀ ਪੜ੍ਹਦੀ ਹੈ, ਅਤੇ ਕਾਹਲੀ ਦੇ ਨਾਲ ਪਲੰਘ ਉੱਤੋਂ ਹੇਠਾਂ ਉਤਰੇ। ਗੋਡੇ ਦੇ ਉੱਤੇ ਚੋਟ ਲੱਗੀ। ਸਿੱਖ ਨੇ ਆਖਿਆ, ਪਾਤਸ਼ਾਹ ਬਾਣੀ ਵੀ ਤੁਹਾਡੀ, ਸਿੱਖ ਵੀ ਤੁਹਾਡੇ। ਅਤੇ ਥੋੜ੍ਹਾ ਜਿਹਾ ਸਹਿਜ ਨਾ ਉਤਰਦੇ, ਸ਼ਾਇਦ ਸੱਟ ਨਾ ਲੱਗਦੀ। ਮਹਾਰਾਜ ਕਹਿਣ ਲੱਗੇ, ਗੁਰਮੁਖੋ, ਗੁਰੂ ਕੇ ਸਿੱਖੋ, ਅਸੀਂ ਬਾਣੀ ਦਾ ਸਤਿਕਾਰ ਕਰਾਂਗੇ ਅਤੇ ਤਾਂ ਹੀ ਆਪਣੇ ਸਿੱਖਾਂ ਨੂੰ ਕਹਾਂਗੇ। ਜੇ ਅਸੀਂ ਨਾ ਸਤਿਕਾਰ ਕਰਾਂਗੇ ਤੇ ਗੁਰੂ ਕੇ ਸਿੱਖਾਂ ਨੂੰ ਕਿਵੇਂ ਕਹਾਂਗੇ? ਬਾਣੀ ਤੇ ਅਕਾਲ ਪੁਰਖ ਦੀ ਹੈ, ਪਰਮੇਸ਼ਰ ਦੀ ਹੈ। ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਇਹ ਤੇ ਅਕਾਲ ਪੁਰਖ ਦੇ ਘਰ ਵਿੱਚੋਂ ਆਈ ਆ। ਜਿਹੜਾ ਪੜ੍ਹੇਗਾ ਸੁਣੇਗਾ ਉਸੇ ਦਾ ਹੀ ਭਲਾ ਹੋਵੇਗਾ। ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਨੇ ਬਾਣੀ ਦਾ ਬਹੁਤ ਸਤਿਕਾਰ ਕੀਤਾ। ਧੀਰ ਮੱਲ ਨੂੰ ਆਖਿਆ ਸੀ, ਜਿੱਧਰ ਤੇਰਾ ਮੂੰਹ ਹੁੰਦਾ ਉੱਧਰ ਚਲਾ ਜਾ। ਸਾਡਾ ਤੇਰੇ ਨਾਲ ਕੋਈ ਰਿਸ਼ਤਾ ਨਾਤਾ ਨਹੀਂ ਰਹਿ ਗਿਆ, ਕਿਉਂਕਿ ਬਾਣੀ ਦੇ ਵਿੱਚ ਕੋਈ ਇੱਕ ਲਗ ਮਾਤਰ ਵੀ ਵਾਧ ਘਾਟ ਨਹੀਂ ਕਰ ਸਕਦਾ। ਇਹ ਤੇ ਅਕਾਲ ਪੁਰਖ ਪਰਮੇਸ਼ਰ ਦੀ, ਉਹਦੀ ਬਖਸ਼ਿਸ਼, ਉਹਦੇ ਬੋਲ ਆ ਵਾਹਿਗੁਰੂ ਦੇ, ਅਤੇ ਇਹਦੇ ਵਿੱਚ ਆਪਣੇ ਕੋਲੋਂ ਕੋਈ ਵਾਧ ਘਾਟ ਨਹੀਂ ਹੋ ਸਕਦਾ। ਬਾਣੀ ਦੇ ਵਿੱਚ ਕੋਈ ਹੇਰ ਫੇਰ ਨਹੀਂ ਕਰ ਸਕਦਾ। ਸਤਿਗੁਰਾਂ ਨੇ ਉਹਨੂੰ ਮੂੰਹ ਨਹੀਂ ਸੀ ਲਾਇਆ। ਧੀਰ ਮੱਲ ਨੂੰ ਮਾਈ ਤਾਬੋ ਅਰਦਾਸ ਕਰਦੀ ਹੈ, ਸੱਚੇ ਪਾਤਸ਼ਾਹ ਮੇਰਾ ਲੱਕ ਕੁੱਬਾ ਹੋ ਗਿਆ, ਮੈਂ ਬਜ਼ੁਰਗ ਹੋ ਗਈ ਹਾਂ, ਮੇਰੇ ਕੋਲੋਂ ਤੁਰ ਕੇ ਸਤਿਗੁਰੂ ਜੀ ਤੁਹਾਡੇ ਚਰਨਾਂ ਵਿੱਚ ਨਹੀਂ ਪਹੁੰਚਿਆ ਜਾਣਾ, ਅਤੇ ਕਿਰਪਾ ਕਰੋ। ਗੁਰੂ ਸਾਹਿਬ ਜੀ, ਪ੍ਰਸ਼ਾਦਾ ਭੋਜਨ ਮੈਂ ਤੁਹਾਡੇ ਵਾਸਤੇ ਤਿਆਰ ਕੀਤਾ ਹੈ। ਚੜ੍ਹੇ ਘੋੜੇ ਸਮੇਤ ਮੇਰੇ ਇਸ ਗਰੀਬਣੀ ਦੇ ਘਰ ਚਰਨ ਪਾਓ, ਅਤੇ ਆਪ ਆਣ ਕੇ ਪ੍ਰਸ਼ਾਦਾ ਮੰਗਣਾ ਕਰੋ। ਮੇਰੇ ਵੱਡੇ ਭਾਗ ਹੋਣਗੇ ਜੇ ਮੈਂ ਤੁਹਾਨੂੰ ਆਪਣੇ ਹੱਥਾਂ ਦੇ ਨਾਲ ਤਿਆਰ ਕੀਤਾ ਹੋਇਆ ਭੋਜਨ ਛਕਾਵਾਂ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ, ਗੁਰੂ ਕੇ ਸਿੱਖੋ, ਸ਼ਿਕਾਰ ਖੇਡਣ ਵਾਸਤੇ ਜਾਇਆ ਕਰਦੇ ਸਨ। ਆਖਿਆ ਫਲਾਣੀ ਜੰਗਲ ਦੇ ਜੂਹ ਵਿੱਚ ਆ ਜਾਣਾ। ਉਸੇ ਵੇਲੇ ਘੋੜਾ ਦੌੜਾਇਆ ਅਤੇ ਉਸ ਮਾਈ ਤਾਬੋ ਦੇ ਘਰ ਵਿੱਚ ਚਰਨ ਪਾਏ। ਕਹਿਣ ਲੱਗੇ, ਲਿਆ ਮਾਂ ਤਾਬੋ, ਸਾਨੂੰ ਭੋਜਨ ਛਕਾ, ਸਾਨੂੰ ਭੁੱਖ ਲੱਗੀ ਆ। ਧੰਨ ਗੁਰੂ ਹਰਿਰਾਏ ਸਾਹਿਬ ਜੀ ਘੋੜੇ ਦੇ ਉੱਤੇ ਹੀ ਸਵਾਰ ਸਨ, ਕਿਉਂਕਿ ਮਾਤਾ ਦੀ ਸ਼ਰਧਾ ਹੈ, ਪ੍ਰੇਮ ਹੈ। ਕਹਿਣ ਲੱਗੇ, ਮਾਤਾ ਜੀ ਲਿਆਓ, ਪ੍ਰਸ਼ਾਦਾ ਛਕਾਓ, ਭੁੱਖ ਲੱਗੀ ਹੈ। ਔਰ ਉਸ ਵੇਲੇ ਮਾਈ ਤਾਬੋ ਨੇ ਆਖਿਆ, ਸੱਚੇ ਪਾਤਸ਼ਾਹ ਤੁਸੀਂ ਧੰਨ ਜੇ, ਮੇਰੀ ਇਸ ਗਰੀਬਣੀ ਦੀ ਅਰਦਾਸ ਨੂੰ ਪ੍ਰਵਾਨ ਕੀਤਾ। ਮਾਈ ਤਾਬੋ ਨੇ ਜੋ ਸ਼ਰਧਾ ਦੇ ਨਾਲ ਭੋਜਨ ਤਿਆਰ ਕੀਤਾ, ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਨੂੰ ਛਕਾਇਆ। ਉਹਨਾਂ ਦਾ ਲੱਖ ਲੱਖ ਸ਼ੁਕਰਾਨਾ ਕੀਤਾ। ਅਗਲੇ ਦਿਨ ਸਿੱਖਾਂ ਨੇ ਪ੍ਰਸ਼ਾਦਾ ਪੱਲੇ ਬੰਨ੍ਹ ਕੇ ਲੈ ਆਂਦਾ, ਜਿਵੇਂ ਅੱਜ ਟਿਫਨ 'ਚ ਲੈ ਆਉਂਦੇ ਆ। ਆਖਿਆ, ਮਹਾਰਾਜ ਇਹ ਛਕ ਲਓ, ਤੁਹਾਨੂੰ ਕੱਲ੍ਹ ਭੁੱਖ ਲੱਗ ਗਈ ਸੀ। ਗੁਰੂ ਹਰਿਰਾਏ ਸਾਹਿਬ ਜੀ ਮੁਸਕਰਾਏ, ਕਹਿਣ ਲੱਗੇ, ਭੋਲਿਓ, ਕਦੇ ਗੁਰੂ ਨੂੰ ਵੀ ਭੁੱਖ ਲੱਗਦੀ ਹੈ। ਜਿਹੜਾ ਤੇ ਸੰਸਾਰ ਦੀਆਂ ਭੁੱਖਾਂ ਮਿਟਾਉਣ ਵਾਸਤੇ ਆਇਆ,
ਜਿਨ੍ਹਾਂ ਦੀ ਬਾਣੀ ਪੜ੍ਹਦੇ ਹੋ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਐਸੇ ਸਤਿਗੁਰੂ ਨੂੰ ਵੀ ਕਦੇ ਭੁੱਖ ਲੱਗਦੀ ਹੈ। ਕਹਿਣ ਲੱਗੇ ਪ੍ਰਸ਼ਾਦਾ ਤੇ ਤੁਸੀਂ ਲੈ ਆਏ, ਇਹ ਬੇਮਰਿਆਦਾ ਹੈ, ਮਰਿਆਦਾ ਵਾਲਾ ਨਹੀਂ ਕਿਹਾ ਜਾ ਸਕਦਾ। ਜਿਹੜੀ ਮਾਈ ਤਾਬੋ ਦੀ ਸ਼ਰਧਾ ਹੈ, ਸ਼ਰਧਾ ਤੁਹਾਡੇ ਅੰਦਰ ਪੈਦਾ ਹੋਈ। ਮਹਾਰਾਜ ਕਹਿਣ ਲੱਗੇ ਮਾਈ ਤਾਬੋ ਦੀ ਅਰਦਾਸ ਸੀ ਬੜੀ ਭਾਵਨਾ ਵਾਲੀ, ਤੇ ਰੋਜ਼ਾਨਾ ਹੀ ਅਰਦਾਸ ਕਰਿਆ ਕਰਦੇ ਸਨ ਕਿ ਹੇ ਗੁਰੂ ਹਰਿਰਾਏ ਸਾਹਿਬ ਜੀ, ਮੇਰਾ ਸਰੀਰ ਬਜ਼ੁਰਗ ਹੋ ਗਿਆ, ਲੱਕ ਕੁੱਬਾ ਹੋ ਗਿਆ, ਮੇਰੇ ਕੋਲੋਂ ਤੁਰ ਕੇ ਤੁਹਾਡੇ ਚਰਨਾਂ ਵਿੱਚ ਨਹੀਂ ਪਹੁੰਚਿਆ ਜਾਣਾ, ਕਿਰਪਾ ਕਰੋ। ਜ਼ਿੰਦਗੀ ਦੀ ਬੁਨਿਆਦ ਪੁੱਗਦੀ ਜਾਂਦੀ ਹੈ, ਤੁਹਾਡੇ ਦਰਸ਼ਨਾਂ ਤੋਂ ਬਿਨਾਂ ਹੀ ਨਾ ਕਿਤੇ ਚਲੇ ਜਾਵਾਂ। ਦਰਸ਼ਨ ਦੇਵੋ ਤਾਂ ਕਿ ਮੇਰਾ ਜਨਮ ਸਫਲ ਹੋ ਜਾਏ। ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਨੇ ਆਖਿਆ, ਸਿੱਖੋ, ਗੱਲ ਭੋਜਨ ਦੀ, ਗੱਲ ਪ੍ਰਸ਼ਾਦੇ ਦੀ ਨਹੀਂ, ਗੱਲ ਹੈ ਸ਼ਰਧਾ ਦੀ, ਪ੍ਰੇਮ ਦੀ, ਪਿਆਰ ਦੀ। ਬਈ ਉਹ ਮਾਈ ਸਾਨੂੰ ਰੋਜ਼ਾਨਾ ਹੀ ਬੜੇ ਪਿਆਰ ਦੇ ਨਾਲ ਅਰਦਾਸ ਕਰਿਆ ਕਰਦੀ ਸੀ। ਅਸੀਂ ਉਸ ਦੀ ਅਰਦਾਸ ਨੂੰ ਮੁੱਖ ਰੱਖਦਿਆਂ, ਉਹਦੀ ਸੇਵਾ ਤੇ ਭਾਵਨਾ ਨੂੰ ਮੁੱਖ ਰੱਖਦਿਆਂ ਮਾਈ ਤਾਬੋ ਦੇ ਗ੍ਰਹਿ ਜਾ ਕੇ ਚਰਨ ਪਾਏ ਆ। ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਹਮੇਸ਼ਾ ਆਖਿਆ ਕਰਦੇ ਸਨ, ਸਿੱਖੋ, ਪ੍ਰਸ਼ਾਦਾ ਵੰਡ ਕੇ ਛਕਣਾ। ਜਦੋਂ ਸਮਾਪਤੀ ਕਰਦੇ ਹੋ ਉਦੋਂ ਵੀ ਕੋਈ ਆ ਜਾਏ ਤੇ ਗੁਰੂ ਕਾ ਸਿੱਖ ਲੰਗਰ ਦੇ ਵਿੱਚੋਂ ਭੁੱਖਾ ਨਾ ਜਾਏ। ਸਦਾ ਹੀ ਉਸ ਆਏ ਹੋਏ ਗੁਰੂ ਕੇ ਸਿੱਖ ਦੀ ਗੁਰੂ ਕੇ ਲੰਗਰਾਂ ਦੇ ਰਾਹੀਂ ਸੇਵਾ ਕਰਨੀ ਆ। ਇੰਨਾ ਮਨ ਮਾਰ ਕੇ ਰੱਖਣਾ ਹੈ, ਦਿਨ ਹੋਵੇ ਰਾਤ ਹੋਵੇ, ਇਹੋ ਜਿਹਾ ਪ੍ਰੇਮ ਆਪਣੇ ਮਨ ਵਿੱਚ ਵਸਾ ਕੇ ਰੱਖਣਾ ਹੈ। ਸਤਿਗੁਰਾਂ ਨੇ 2200 ਘੋੜ ਸਵਾਰ ਫੌਜ ਉਹਨਾਂ ਆਪਣੇ ਕੋਲ ਰੱਖੀ ਆ। ਜੰਗ ਉਹਨਾਂ ਨੂੰ ਭਾਵੇਂ ਨਹੀਂ ਕਰਨੀ ਪਈ, ਪਰ ਜਦੋਂ ਕਿਤੇ ਲੋੜ ਪਈ, ਦਾਰਾ ਸ਼ਿਕੋ, ਜਿਹਨੂੰ ਸ਼ੇਰ ਦੀ ਮੁੱਛ ਦਾ ਵਾਲ ਬਾਦਸ਼ਾਹ ਔਰੰਗਜ਼ੇਬ ਧੋਖੇ ਨਾਲ ਖਵਾ ਦਿੰਦਾ ਹੈ, ਜਦੋਂ ਦੱਸ ਪਈ ਇਹਦੇ ਪਿਤਾ ਸ਼ਾਹਜਹਾਨ ਨੂੰ, ਉਹਨੇ ਕੁੱਲ ਵੈਦ ਹਕੀਮਾਂ ਪਾਸੋਂ ਦਵਾਈ ਲੈ ਕੇ ਹਾਰ ਚੁੱਕਾ ਸੀ। ਆਖਿਆ ਕਿਤੇ ਨਾਰਾਜ਼ ਤਾਂ ਨਹੀਂ ਹੋਣਗੇ। ਤੇ ਉਸ ਵੇਲੇ ਬੜੇ ਗੁਰਮੁਖ ਪਿਆਰੇ ਜਿਹੜੇ ਗੁਰੂ ਘਰ ਦੇ ਸੇਵਕ ਆ, ਕਿਉਂਕਿ ਭਾਈ ਨੰਦ ਲਾਲ ਜੀ ਵਰਗੇ ਵੀ ਗੁਰੂ ਘਰ ਦੇ ਸੇਵਕ ਹੋਏ ਆ, ਇਹੋ ਜਿਹੇ ਗੁਰਮੁਖਾਂ ਨੇ ਆਖਿਆ, ਬਾਦਸ਼ਾਹ, ਇਹ ਗੁਰੂ ਨਾਨਕ ਸਾਹਿਬ ਜੀ ਦਾ ਘਰ ਆ, ਇਹ ਸਾਰੇ ਸੰਸਾਰ ਦਾ ਹੀ ਭਲਾ ਕਰਦਾ ਹੈ। ਬੇਸ਼ੱਕ ਤੁਸੀਂ ਉਹਨਾਂ ਵਾਸਤੇ ਜੋ ਮਰਜ਼ੀ ਸੋਚਿਆ, ਪਰ ਉਹ ਕਦੇ ਕਿਸੇ ਦੇ ਉੱਤੇ ਨਾਰਾਜ਼ ਨਹੀਂ ਹੁੰਦੇ। ਫਿਰ ਉਹਨੇ ਦਾਰਾ ਸ਼ਿਕੋ ਨੂੰ ਭੇਜਿਆ। ਜਿਹੋ ਜਿਹਾ ਲੌਂਗ, ਜਿਹੋ ਜਿਹੀਆਂ ਹਰੜਾਂ ਤੇ ਮੋਤੀ ਖਾਸ ਜੋ ਵੈਦ ਹਕੀਮ ਨੇ ਦੱਸਿਆ ਸੀ, ਉਹ ਹੋਰ ਕਿਤਿਓਂ ਨਹੀਂ, ਕੀਰਤਪੁਰ ਸਾਹਿਬ, ਜਿਹੜਾ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਨੇ ਦਵਾਖਾਨਾ ਬਣਾਇਆ, ਦੁਖੀ ਲੋਕਾਂ ਦੇ ਵਾਸਤੇ, ਬਿਮਾਰ ਲੋਕਾਂ ਦੇ ਭਲੇ ਵਾਸਤੇ। ਕਿਉਂਕਿ ਗੁਰੂ ਘਰ ਦੀ ਦਵਾ, ਜਿਹੜੀ ਦੁਆ, ਅਰਦਾਸ, ਬੇਨਤੀ, ਉਹਦੇ ਵਿੱਚ ਵੀ ਬੜੀ ਤਾਕਤ ਆ। ਜਦੋਂ ਪਿਆਰ ਦੇ ਨਾਲ ਗੁਰੂ ਘਰ ਵਿੱਚੋਂ ਕਿਸੇ ਨੂੰ ਦਵਾਈ ਮਿਲਦੀ ਹੈ, ਅਰਦਾਸ ਕੀਤੀ ਜਾਂਦੀ ਹੈ, ਉਹਦਾ ਪ੍ਰਮਾਤਮਾ ਭਲਾ ਹੀ ਕਰਦਾ ਹੈ। ਤੋ ਗੁਰੂ ਸਾਹਿਬ ਜੀ ਦੇ ਦਵਾਖਾਨੇ ਦੇ ਵਿੱਚੋਂ ਇਹ ਹਰੜ, ਲੌਂਗ ਤੇ ਹੋਰ ਜੋ ਕੁਛ ਵੀ ਦਵਾਈ ਸੀ ਉਹ ਪ੍ਰਾਪਤ ਕਰਨ ਤੋਂ ਬਾਅਦ ਦਾਰਾ ਸ਼ਿਕੋ ਤੰਦਰੁਸਤ ਹੋ ਗਿਆ। ਬਾਦਸ਼ਾਹ ਨੇ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦਾ ਸ਼ੁਕਰਾਨਾ ਕੀਤਾ। ਸਤਿਗੁਰਾਂ ਨੇ ਬਾਗ ਵੀ ਲਵਾਏ, 52 ਬਾਗ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਨੇ ਲਗਵਾਏ। ਅੱਜ ਦੇ ਦਿਨ ਗੁਰੂ ਘਰਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵੱਲੋਂ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਪਰਾਲਾ ਕੀਤਾ ਜਾਂਦਾ ਹੈ। ਵਾਤਾਵਰਨ ਦੀ ਸ਼ੁੱਧਤਾ ਵਾਸਤੇ ਬੂਟੇ ਵੰਡੇ ਜਾਂਦੇ ਹੈ, ਕਿਉਂਕਿ ਬੂਟੇ ਹੋਣਗੇ ਤੇ ਆਕਸੀਜਨ ਗੈਸ ਮਿਲੇਗੀ, ਵਾਤਾਵਰਨ ਸ਼ੁੱਧ ਹੋਵੇਗਾ, ਹਵਾ ਸ਼ੁੱਧ ਹੋਵੇਗੀ।
ਇਹ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਨੇ ਬਹੁਤ ਵੱਡੀ ਉਹਨਾਂ ਨੇ ਪਹਿਲ ਕਦਮੀ ਚੱਲੀ। ਦਾਰਾ ਛਕੋ ਤੰਦਰੁਸਤ ਹੋਇਆ ਤਾਂ ਬਾਦਸ਼ਾਹ ਨੇ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦਾ ਬਹੁਤ ਧੰਨਵਾਦ ਤੇ ਸ਼ੁਕਰਾਨਾ ਕੀਤਾ। 31 ਸਾਲ ਦੇ ਕਰੀਬ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਨੇ ਕੁੱਲ ਆਪਣੀ ਆਜੂ ਭੋਗੀ ਆ। ਮਹਾਰਾਜ ਜੀ ਨੇ ਬੜੇ ਵੱਡੇ ਮਹਾਨ ਕਾਰਨਾਮੇ ਕੀਤੇ ਆ, ਮਹਾਨ ਉਹਨਾਂ ਨੇ ਪਰਉਪਕਾਰੀ ਕਾਰਜ ਕੀਤੇ ਆ। ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦਾ ਇਤਿਹਾਸ ਤੇ ਬੇਅੰਤ ਹੈ, ਪਰ ਆਪਾਂ ਨਾਲ ਜੋ ਰੋਜ਼ਾਨਾ ਗੁਰੂ ਘਰ ਵਿਖੇ ਲੜੀਵਾਰ ਗੁਰ ਇਤਿਹਾਸ ਦੀ ਕਥਾ ਹੈ, ਰਹਿੰਦਾ ਸਮਾਂ ਆਪਾਂ ਗੁਰ ਇਤਿਹਾਸ ਦੀ ਕਥਾ ਦੇ ਨਾਲ ਵੀ ਜੁੜਨਾ ਹੈ। ਸੋ ਆਪ ਸਮੂਹ ਸੰਗਤ ਨੂੰ ਗੁਰੂ ਹਰਿਰਾਏ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਹੁਣ ਆਪਾਂ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਜੋ ਲੜੀਵਾਰ ਗੁਰ ਇਤਿਹਾਸ ਚੱਲਦਾ ਹੈ। ਬੀਬੀ ਕੌਲਾਂ ਜੀ ਰੁਸਤਮ ਖਾਂ ਕਾਜੀ ਦੀ ਧੀ ਆ, ਪਰ ਜਦੋਂ ਇਸ ਨੇ ਬਾਣੀ ਸੁਣੀ ਇਹਦੇ ਅੰਦਰ ਬਹੁਤ ਵੱਡਾ ਪਿਆਰ ਪੈਦਾ ਹੋਇਆ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਾਂ, ਮੇਰਾ ਵੀ ਜਨਮ ਸਫਲਾ ਹੋ ਜਾਏ, ਮੈਂ ਗੁਰੂ ਸਾਹਿਬ ਜੀ ਦੇ ਗੁਣਾਂ ਨੂੰ ਗਾਵਾਂ, ਜ਼ਿੰਦਗੀ ਸਫਲ ਹੋ ਜਾਏ। ਬਹੁਤ ਵੱਡਾ ਪਿਆਰ ਗੁਰਸਿੱਖੀ ਦੇ ਨਾਲ ਬੀਬੀ ਕੌਲਾਂ ਦਾ ਬਣਿਆ। ਸਦਾ ਹੀ ਅਰਦਾਸਾਂ ਕਰਦੇ ਸਨ ਕਿ ਪਾਤਸ਼ਾਹ ਜੀ ਕਿਰਪਾ ਕਰੋ, ਮੈਨੂੰ ਆਪਣੇ ਚਰਨਾਂ ਵਿੱਚ ਰੱਖੋ, ਮੈਂ ਜ਼ਿੰਦਗੀ ਦਾ ਬਾਕੀ ਸਮਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੇਵਾ ਦੇ ਵਿੱਚ ਗੁਜ਼ਾਰ ਦਿਆਂ। ਇਹ ਅਰਦਾਸ ਜਿਹੜੀ ਆ ਇਹ ਬੀਬੀ ਕੌਲਾਂ ਦੀ ਆ। ਤੋ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਕਿਉਂਕਿ ਲਾਹੌਰ ਦਾ ਹੈ ਕਾਜੀ ਰੁਸਤਮ ਖਾਂ, ਬੜੇ ਕਰੜੇ ਸੁਭਾਅ ਵਾਲਾ, ਸਖਤ ਸੁਭਾਅ ਵਾਲਾ। ਪਿਛਲੇ ਦਿਨੀ ਆਪਾਂ ਉਹਦਾ ਇਤਿਹਾਸ ਵੀ ਸਰਵਣ ਕੀਤਾ। ਕਾਬਲ ਤੋਂ ਸਿੱਖ ਜਿਹੜਾ ਘੋੜਾ ਲੈ ਕੇ ਆ ਰਿਹਾ ਸੀ, ਉਹ ਬਿਮਾਰ ਪੈ ਜਾਂਦਾ ਹੈ। ਬਾਦਸ਼ਾਹ ਸ਼ਾਹਜਹਾਨ ਰੁਸਤਮ ਖਾਂ ਕਾਜੀ ਨੂੰ ਦੇ ਦਿੰਦਾ ਹੈ। ਕਾਜੀ ਨੇ ਅੱਗੇ ਸਤਿਗੁਰਾਂ ਨੂੰ ਵੇਚਿਆ। ਮਹਾਰਾਜ ਨੇ ਆਖਿਆ ਸੀ ਕਾਜੀ ਕਾਲਾ ਨਾ ਪੈ, ਪੈਸੇ ਤਾਂ ਦੇ ਦਿਆਂਗੇ, ਜਿਹੜਾ ਗੁਰੂ ਘਰ ਦਾ ਇਕਰਾਰਨਾਮਾ, ਇੱਥੋਂ ਤਾਂ ਖਾਲੀ ਝੋਲੀਆਂ ਵੀ ਭਰ ਜਾਂਦੀਆਂ ਨੇ। ਤੇਰੇ ਨਾਲ ਬਚਨ ਕੀਤਾ ਹੈ ਪਰ ਹੋਛੇ ਨਹੀਂ ਪਈਦਾ, ਇਹ ਕਾਲਾ ਪੈਂਦਾ ਹੈ। ਫਿਰ ਪਾਤਸ਼ਾਹ ਕਹਿੰਦੇ ਨੇ ਫਿਰ ਜਿਨ੍ਹਾਂ ਦੀ ਵਸਤਿਆ ਉਹਨਾਂ ਨੂੰ ਪ੍ਰਾਪਤ ਹੋ ਗਈ ਆ। ਹੁਣ ਦੂਸਰੇ ਪਾਸੇ ਇਹਦੀ ਧੀ, ਉਹਦਾ ਗੁਰੂ ਘਰ ਦੇ ਨਾਲ ਪਿਆਰ ਆ, ਉਹ ਗੁਰੂ ਗੁਰੂ ਜਪਦੀ ਆ। ਰੁਸਤਮ ਖਾਂ ਕਾਜੀ ਨੇ ਆਪਣੀ ਧੀ ਉੱਤੇ ਵੀ ਜ਼ੁਲਮ ਕੀਤਾ, ਉਹਨੂੰ ਕੁੱਟਿਆ ਮਾਰਿਆ ਵੀ, ਵਿਚਾਰੀ ਨੂੰ ਕਮਰੇ ਵਿੱਚ ਵੀ ਕੈਦ ਕੀਤਾ। ਔਰ ਇਸੇ ਤਰ੍ਹਾਂ ਮਾਂ ਨੇ ਆਖਿਆ ਪੁੱਤਰੀ ਸਾਈ ਮੀਆਂ ਮੀਰ ਜੀ ਆ, ਇਸਲਾਮ ਧਰਮ ਦੇ ਬਹੁਤ ਇੱਕ ਮਹਾਨ ਫਕੀਰ ਨੇ, ਪੀਰਾਂ ਦੇ ਪੀਰ ਆ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਉਹਨਾਂ ਦਾ ਬੜਾ ਪਿਆਰ, ਤੇ ਜਿਵੇਂ ਉਹ ਕਹਿਣ ਤਿਵੇਂ ਸਾਨੂੰ ਕਰਨਾ ਚਾਹੀਦਾ। ਸਾਈਂ ਜੀ ਨੇ ਆਖਿਆ ਫਿਰ ਤੁਹਾਨੂੰ ਸਤਿਗੁਰਾਂ ਦੀ ਸ਼ਰਨ ਵਿੱਚ ਹੀ ਜਾਣਾ ਚਾਹੀਦਾ ਹੈ। ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਕਿਵੇਂ ਬੀਬੀ ਕੌਲਾਂ ਜੀ ਨੂੰ ਲੈ ਕੇ ਪਹੁੰਚਣਗੇ, ਇਸ ਗੁਰ ਇਤਿਹਾਸ ਨਾਲ ਜੁੜਦਿਆਂ ਹੋਇਆਂ ਸਾਰੀ ਸੰਗਤ ਮੁਖ ਨੂੰ ਕਰੋ ਪਵਿੱਤਰ ਤੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕੌਲਾ ਕਰਤ ਪ੍ਰਤੀਕਨ ਲੋਚਨ ਰਹੀ ਲਗਾਈ। ਬੀਬੀ ਕੌਲਾਂ ਜੀ ਆਪਣੇ ਮਨ ਦੇ ਵਿੱਚ ਉਡੀਕ ਕਰਦੇ ਆ, ਇਹ ਸੱਚੇ ਪਾਤਸ਼ਾਹ ਮੈਂ ਤੁਹਾਡੇ ਚਰਨਾਂ ਵਿੱਚ ਅਰਦਾਸ ਕੀਤੀ ਆ। ਮਾਨੋ ਜਿਵੇਂ ਰਸਤਾ ਤੱਕੀਦਾ ਹੈ, ਇੰਨਾ ਅੰਦਰ ਪ੍ਰੇਮ ਪੈਦਾ ਹੋਇਆ। ਰੋਜ਼ਾਨਾ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨਾਂ ਦੇ ਵਾਸਤੇ
ਅੱਖਾਂ ਦੇ ਰਾਹੀਂ ਦੇਖਦੇ ਹਨ। ਦਾਸੀ ਸੰਗ ਸਹਾਇਤਾ ਚਾਹਤ ਕਾਜ ਬਣਾਈ। ਤੇ ਜੋ ਕਾਜੀ ਦੇ ਘਰ ਵਿੱਚ ਰੱਖੀ ਹੋਈ ਨੌਕਰਾਨੀ ਹੈ, ਜੋ ਸੇਵਕਾ ਹੈ, ਉਹਦੇ ਪਾਸੋਂ ਸਹਾਇਤਾ ਚਾਹੁੰਦੇ ਹਨ ਤਾਂ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਮਿਲਾਪ ਹੋ ਜਾਏ। ਚੌਪਈ ਜਬ ਸਤਿਗੁਰ ਲਖ ਮੰਦਰ ਕਾਜੀ। ਜਦੋਂ ਗੁਰੂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਇਸ ਗੱਲ ਨੂੰ ਜਾਣਿਆ ਕਿ ਇਹ ਜਿਹੜਾ ਕਾਜੀ ਹੈ ਆਪਣੀ ਧੀ ਬੀਬੀ ਕੌਲਾਂ ਦੇ ਉੱਤੇ ਜ਼ੁਲਮ ਕਰਦਾ ਹੈ, ਉਸ ਵਿਚਾਰੀ ਦੇ ਉੱਤੇ ਕਈ ਕਿਸਮ ਦੇ ਉਹਨੂੰ ਸੱਟਾਂ ਮਾਰ ਕੇ ਤੇ ਉਹਨੂੰ ਤੰਗ ਕਰਦਾ ਹੈ। ਤਰੈ ਦਰੀਚੀ ਕਹਿ ਕੀਏ ਬਾਜੀ। ਤੇ ਉਸ ਵਿਚਾਰੀ ਨੂੰ ਇਹ ਬੜੇ ਜ਼ੁਲਮ ਕਰਦਾ ਹੈ, ਪਰ ਕਿਸੇ ਦਾ ਡਰ ਨਹੀਂ ਕਰਦੀ ਕੌਲਾਂ। ਉਹ ਹਮੇਸ਼ਾ ਆਪਣੇ ਮੁਖ ਵਿੱਚੋਂ ਗੁਰੂ ਗੁਰੂ ਜਪਦੀ ਹੈ, ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਹੀ ਯਾਦ ਕਰਦੀ ਹੈ। ਤਤ ਸ਼ਨ ਕੌਲਾ ਲਖ ਆਗਵਨੂ। ਔਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹੀ ਉਹਦੀ ਅਰਦਾਸ ਹੈ ਕਿ ਮਹਾਰਾਜ ਤੁਸੀਂ ਆਪਣੇ ਸੇਵਕ ਨੂੰ ਆਪ ਆਣ ਕੇ ਸੰਭਾਲ ਕਰੋ। ਤੋਰਨ ਚਹਤ ਤਜਿਓ ਨਿਜ ਭਵਨੋ। ਉਹ ਤਾਂ ਆਪਣੇ ਘਰ ਨੂੰ ਤਿਆਗ ਦੇਣਾ ਚਾਹੁੰਦੀ ਹੈ ਕਿਉਂਕਿ ਉੱਥੇ ਕੱਟੜਤਾਈ ਹੈ। ਜਦੋਂ ਕਿ ਬੀਬੀ ਕੌਲਾਂ ਦਾ ਗੁਰੂ ਘਰ ਦੇ ਨਾਲ ਬਹੁਤ ਜ਼ਿਆਦਾ ਪਿਆਰ ਹੈ, ਉਹ ਆਪਣੇ ਘਰ ਨੂੰ ਤਜ ਦੇਣਾ ਚਾਹੁੰਦੀ ਹੈ। ਸਤਿਗੁਰ ਅਜਮਤ ਜਤ ਰਿਪ ਦਬਨੋ। ਸਤਿਗੁਰੂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ ਚਰਨਾਂ ਵਿੱਚ ਸਾਰੀਆਂ ਅਜ਼ਮਤਾਂ ਹਨ, ਜਿਹੜੇ ਸਾਰੇ ਪੱਖਾਂ ਤੋਂ ਵੱਡੀਆਂ ਬਖਸ਼ਿਸ਼ਾਂ ਦੇ ਮਾਲਕ ਹਨ। ਜਾਣ ਹਿਰਦੇ ਡਰ ਕਰਹਿ ਨ ਕਵਨੋ। ਤੇ ਉਹਨਾਂ ਨੂੰ ਤੇ ਕਿਸੇ ਦਾ ਡਰ ਨਹੀਂ। ਤੇ ਇਸੇ ਤਰ੍ਹਾਂ ਬੀਬੀ ਕੌਲਾਂ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਨਾਲ ਉਹਦਾ ਵੀ ਪਿਆਰ ਹੈ, ਗੁਰੂ ਗੁਰੂ ਜਪਦੀ ਹੈ, ਔਰ ਉਹਨੇ ਵੀ ਆਪਣੇ ਹਿਰਦੇ ਵਿੱਚੋਂ ਸਾਰੇ ਡਰ ਖਤਮ ਕਰ ਦਿੱਤੇ ਹਨ। ਤਾਰ ਕਮੰਦ ਤਰ ਕੋ ਲਰਕਾਈ। ਤੇ ਜਿਹੜੀ ਉਹਦੀ ਸੇਵਕਾ ਹੈ ਨਾਲ ਉਹ ਮਦਦ ਕਰਦੀ ਹੈ ਕਮੰਦ ਦੇ ਹੇਠ, ਕਿਉਂਕਿ ਉੱਪਰੋਂ ਦੀ ਜਿਹੜਾ ਸੀ ਉਹਨੇ ਕਾਜੀ ਰੁਸਤਮ ਖਾਂ ਨੂੰ ਪਤਾ ਨਾ ਲੱਗ ਜਾਏ, ਕਿਉਂਕਿ ਕਾਜੀ ਰੁਸਤਮ ਖਾਂ ਗੁਰੂ ਘਰ ਦੇ ਖਿਲਾਫ ਚੱਲਦਾ ਹੈ। ਤਾਂ ਉਹ ਜਿਹੜੀ ਸੇਵਕਾ ਹੈ ਉਹਨੇ ਕਮਾਂਦ ਦੇ ਹੇਠੋਂ ਬੀਬੀ ਕੌਲਾਂ ਜੀ ਨੂੰ ਹੇਠਾਂ ਲਟਕਾਇਆ ਹੈ। ਕਰ ਦਾਸੀ ਕੈ ਦ੍ਰਿੜ ਗਹਿਵਾਈ। ਤੇ ਬੜਾ ਕੱਸ ਕੇ ਕਮਾਂਦ ਨੂੰ ਦਾਸੀ ਨੇ ਪਕੜਿਆ ਹੈ। ਉਸ ਨੇ ਬੜੀ ਦ੍ਰਿੜਤਾ ਦੇ ਨਾਲ ਪੱਲਾ ਪਕੜ ਕੇ ਕਮਾਂਦ ਨੂੰ ਪਕੜ ਕੇ ਤੇ ਇਸ ਬੀਬੀ ਕੌਲਾਂ ਨੂੰ ਕਮਰੇ ਚੋਂ ਹੇਠਾਂ ਉਤਾਰਾ ਕੀਤਾ ਹੈ। ਤੋਰਨ ਤਰ ਉਤਰ ਕਰ ਆਈ। ਉਸੇ ਵੇਲੇ ਬੀਬੀ ਕੌਲਾਂ ਜੀ ਮੰਨ ਲਓ ਜੋ ਰੁਸਤਮ ਖਾਂ ਦੀ ਕੈਦ ਵਿੱਚੋਂ ਛੁੱਟੀ ਆ, ਉਹ ਆਪਣੇ ਘਰ ਵਿੱਚੋਂ ਉਤਰ ਕੇ ਹੇਠਾਂ ਆ ਗਈ ਹੈ। ਗੌਰ ਪਗ ਪੰਕਜ ਗਹਿ ਸਿਰ ਲਾਈ। ਆਉਂਦਿਆਂ ਸਾਰ ਉਹਨੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ ਹੈ। ਹਿਰਦੈ ਆਨੰਦ ਬਲੰਦ ਉਮੰਗਾ। ਸਤਿਗੁਰਾਂ ਦੇ ਦਰਸ਼ਨ ਕਰਦਿਆਂ ਸਾਰ ਉਹਦਾ ਹਿਰਦਾ ਮਾਨੋ ਆਨੰਦ ਦੇ ਨਾਲ ਭਰਪੂਰ ਹੋ ਗਿਆ ਹੈ। ਭਇਓ ਰੋਮ ਹਰਖਨ ਸਭ ਅੰਗਾ। ਉਹਦੇ ਸਾਰੇ ਅੰਗ ਅੰਗ ਜਿਹੜੇ ਰੋਮ ਰੋਮ ਆ ਖੁਸ਼ੀ ਦੇ ਨਾਲ ਭਰ ਗਏ ਨੇ ਕਿ ਮੈਨੂੰ ਸਤਿਗੁਰਾਂ ਦੇ ਦਰਸ਼ਨ ਹੋ ਗਏ ਆ। ਜਿਵੇਂ ਪਿਆਰੇ ਸਿੱਖ ਆਪਣੇ ਸਤਿਗੁਰਾਂ ਦੇ ਦਰਸ਼ਨ ਕਰਕੇ ਆਪਣੇ ਗੁਰੂ ਤੋਂ ਬਲਿਹਾਰ ਜਾਂਦੇ ਹਨ। ਗਾਦ ਗਦ ਗਿਰਾ ਨ ਕੁਛ ਕਹਿ ਜਾਈ। ਕਵੀ ਸਾਹਿਬ ਜੀ ਲਿਖਦੇ ਆ ਉਹਦੇ ਮਨ ਵਿੱਚ ਇੰਨੀ ਖੁਸ਼ੀ ਹੋਈ ਕਿ ਮੇਰਾ ਇਸ ਵੇਲੇ ਸਤਿਗੁਰੂ ਦੇ ਨਾਲ ਮਿਲਾਪ ਹੋਇਆ ਹੈ, ਜਿਹੜੇ ਮੀਰੀ ਪੀਰੀ ਦੇ ਮਾਲਕ ਆ, ਤੇ ਉਹਦੇ ਅੰਦਰ ਇੰਨਾ ਪਿਆਰ ਪੈਦਾ ਹੋਇਆ ਹੈ
ਕਿ ਗਦ-ਗਦ ਉਹਦੇ ਮਨ ਵਿੱਚ ਖੁਸ਼ੀ ਆ ਤੇ ਬਹੁਤੀ ਖੁਸ਼ੀ ਦੇ ਵਿੱਚ ਮੂੰਹ ਤੋਂ ਕੁਝ ਬੋਲਿਆ ਨਹੀਂ ਜਾਂਦਾ ਹੈ। ਗਹੇ ਬਾਹਾਂ ਗੁਰ ਬੇਲ ਚੜਾਈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਫਿਰ ਬਾਂਹ ਤੋਂ ਪਕੜ ਕੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਘੋੜੇ ਦੀ ਪਿੱਠ ਤੇ ਬਿਠਾ ਦਿੱਤਾ ਹੈ। ਪ੍ਰੇਰਿਓ ਹੈ ਪੁਰ ਬਾਹਰ ਆਏ। ਫਿਰ ਘੋੜੇ ਨੂੰ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਲਗਾਮਾਂ ਖਿੱਚ ਕੇ ਅੱਗੇ ਤੋਰਨ ਵਾਸਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਇਹ ਕਾਰਵਾਈ ਕੀਤੀ ਤੇ ਘੋੜੇ ਨੂੰ ਲੈ ਕੇ ਚੱਲ ਪਏ ਹਨ। ਕਿਤਕ ਦੂਰ ਜਬ ਗਏ ਅਗਾਰੀ। ਜਦੋਂ ਉਸ ਪੁਰੀ ਵਿੱਚੋਂ ਨਿਕਲ ਕੇ ਬਾਹਰ ਆ ਗਏ ਹਨ ਤੇ ਫਿਰ ਮਹਾਰਾਜ ਜੀ ਕਿੰਨੀ ਦੂਰ ਉਸ ਲਾਹੌਰ ਨਗਰ ਨੂੰ ਛੱਡ ਕੇ ਤੇ ਅੱਗੇ ਨੂੰ ਸ੍ਰੀ ਅੰਮ੍ਰਿਤਸਰ ਵੱਲ ਨੂੰ ਆ ਰਹੇ ਹਨ। ਕਰੇ ਪੰਜ ਸਿੱਖ ਆ ਜੁਧ ਧਾਰੀ। ਮਹਾਰਾਜ ਜੀ ਦੇ ਜਿਹੜੇ 5 ਸ਼ਸਤਰ ਧਾਰੀ ਗੁਰੂ ਕੇ ਸਿੱਖ ਆ ਤੇ ਸਤਿਗੁਰਾਂ ਨੇ ਉਹਨਾਂ ਨੂੰ ਦੇਖਿਆ ਹੈ। ਭਾਈ ਜੇਠਾ ਆਦ ਕਬੀਰ ਬਸਾਲੇ। ਭਾਈ ਜੇਠਾ ਸਾਹਿਬ ਜੀ, ਭਾਈ ਪੁਰਾਣਾ ਜੀ, ਭਾਈ ਬਿਧੀ ਚੰਦ ਵਰਗੇ ਜਿਹੜੇ ਵੱਡੇ ਵੱਡੇ ਮਹਾਬਲੀ ਤਾਕਤ ਰੱਖਣ ਵਾਲੇ ਗੁਰੂ ਕੇ ਸਿੱਖ ਹਨ। ਮਿਲੇ ਗੁਰੂ ਸੰਗ ਅੱਗੇ ਚਾਲੇ। ਇਹ ਸਾਰੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਿਲਦੇ ਆ ਤੇ ਫਿਰ ਸਤਿਗੁਰਾਂ ਦੇ ਅੱਗੇ ਅੱਗੇ ਲਾਹੌਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਨੂੰ ਚਾਲੇ ਪਾ ਦਿੰਦੇ ਹਨ। ਖਸ਼ਟ ਤਰੰਗ ਚਪਲ ਬਲ ਭਾਰੀ। ਤੇ ਜਿਹੜਾ ਉਹਨਾਂ ਦਾ ਘੋੜਾ ਹੈ ਬਹੁਤ ਬਲ ਵਾਲਾ ਤੇ ਬੜਾ ਹੀ ਚੰਚਲ, ਬਹੁਤ ਤੇਜ਼ੀ ਨਾਲ ਚੱਲਣ ਵਾਲਾ ਹੈ। ਚੱਲਹਿ ਚਾਲ ਸੁਖ ਦਾ ਅਸਵਾਰੀ। ਅਸਵਾਰੀਆਂ ਨੂੰ ਸੁੱਖ ਦੇਣ ਵਾਲਾ ਤੇ ਜਿਹੜਾ ਹਮੇਸ਼ਾ ਹੀ ਲੰਮੇ ਲੰਮੇ ਪੈਂਡੇ ਤਹਿ ਕਰਨ ਵਾਲਾ ਘੋੜਾ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਚੱਲ ਪੈਂਦਾ ਹੈ। ਥੋੜੇ ਕਾਲ ਦੂਰ ਚੱਲ ਜਾਈ। ਮਾਨੋ ਜਿਵੇਂ ਘੋੜੇ ਹਵਾ ਹੋ ਜਾਂਦੇ ਆ, ਵਾਵ ਰੋਲਾ ਹੋ ਜਾਂਦੇ ਆ, ਬੜੀ ਤੇਜ਼ੀ ਨਾਲ ਚੱਲਦੇ ਆ। ਲਾਹੌਰ ਤੋਂ ਫਿਰ ਅੱਗੇ ਦੂਰ ਨਿਕਲ ਆਏ ਹਨ। ਨਹਿ ਅਸਵਾਰਨ ਪਰਹਿ ਲਖਾਈ। ਤੇ ਇੰਨੀ ਤੇਜ਼ੀ ਨਾਲ ਚੱਲੇ ਮਾਨੋ ਕਿ ਜਿਵੇਂ ਅਸਵਾਰੀ ਨੂੰ ਕੋਈ ਪਤਾ ਨਾ ਹੋਵੇ। ਬਹੁਤ ਤੇਜ਼ੀ ਦੇ ਨਾਲ ਘੋੜੇ ਹਵਾ ਦੇ ਵੇਗ ਦੇ ਵਾਂਗ ਚੱਲ ਕੇ ਆਏ ਹਨ। ਜਬ ਕੁਛ ਪਤਾ ਲਖੇ ਕੈ ਉੱਚੇ। ਉੱਚੇ ਹੋ ਕੇ ਸੱਚੇ ਪਾਤਸ਼ਾਹ ਮਹਾਰਾਜ ਦੇਖਦੇ ਨੇ ਤੇ ਜਿਹੜੇ ਗੁਰੂ ਕੇ ਸਿੱਖ ਆ ਜਿਵੇਂ ਘੋੜਾ ਦੜਾਉਂਦਿਆਂ ਦੜਾਉਂਦਿਆਂ ਰਕਾਬਾਂ 'ਚ ਪੈਰ ਕੱਸ ਕੇ ਥੋੜ੍ਹਾ ਉੱਚਾ ਖਲੋ ਕੇ ਦੇਖਣਾ ਖੱਬੇ ਸੱਜੇ ਅੱਗੇ ਪਿੱਛੇ ਵੀ ਅਸੀਂ ਕਿੱਥੇ ਕੁ ਆ ਗਏ ਹਾਂ। ਤਿਵੇਂ ਸਤਿਗੁਰੂ ਤੇ ਗੁਰੂ ਕੇ ਸਿੱਖ ਮਹਾਰਾਜ ਜੀ ਇਉਂ ਦੇਖਦੇ ਹਨ। ਤਬ ਜਾਣੈ ਹਮਿਆਨ ਪਹੁੰਚੈ। ਫੇਰ ਪਤਾ ਲੱਗਿਆ ਕਿ ਹੁਣ ਤੇ ਅਸੀਂ ਇੱਥੇ ਨੇੜੇ ਹੀ ਪਹੁੰਚ ਗਏ ਹਾਂ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਨੇੜੇ ਤੇੜੇ ਅਸੀਂ ਪਹੁੰਚ ਚੁੱਕੇ ਹਾਂ। ਜਬ ਅਰਨੋਦੈ ਹੋਵਤ ਜਾਨਾ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਗੱਲ ਨੂੰ ਜਾਣ ਲਿਆ ਹੈ। ਉਤਰ ਪਰੈ ਸਤਿਗੁਰ ਇਕ ਥਾਨਾ। ਮਹਾਰਾਜ ਜੀ ਨੇ ਦੇਖਿਆ ਵੀ ਆਹ ਥਾਂ ਜਿਹੜੀ ਹੈ ਇਸ ਥਾਂ ਤੇ ਸਾਨੂੰ ਕੁਝ ਸਮੇਂ ਉਤਾਰਾ ਕਰਨਾ ਚਾਹੀਦਾ। ਸੱਚੇ ਪਾਤਸ਼ਾਹ ਜੀ ਫਿਰ ਘੋੜੇ ਤੋਂ ਹੇਠਾਂ ਉਤਰ ਜਾਂਦੇ ਹਨ। ਕਹਿਓ ਸਦਾ ਸਰ ਕੀਤ ਕਰਾਇਓ। ਭਾਈ ਗੁਰੂ ਕੇ ਸਿੱਖੋ, ਇੱਥੋਂ ਸ੍ਰੀ ਅੰਮ੍ਰਿਤਸਰ ਸਾਹਿਬ ਕਿੰਨਾ ਕੁ ਫਾਸਲਾ ਅੱਗੇ ਰਹਿ ਗਿਆ ਹੈ, ਕਿੰਨਾ ਕੁ ਬਾਕੀ ਇੱਥੋਂ ਰਸਤਾ ਤੈਅ ਕਰਨ ਵਾਲਾ ਬਾਕੀ ਬਚਿਆ ਹੈ। ਐਸ ਥਲ ਕੋ ਆਛੀ ਤੁਮ ਲਹਿਓ। ਇਹ ਜਿਹੜੀ ਧਰਤੀ ਹੈ ਤੁਸੀਂ ਚੰਗੀ ਥਾਂ ਵੇਖੀ ਹੈ। ਆਖਿਆ ਗੁਰੂ ਕੇ ਸਿੱਖ ਬਹੁਤ ਵਧੀਆ ਇਹ ਚੰਗੀ ਥਾਂ ਤੁਸਾਂ ਦੇਖੀ ਹੈ। ਤਬ ਸਿੱਖਣ ਕਰ ਜੋਰ ਬਖਾਨਾ। ਤਦੋਂ ਗੁਰੂ ਕੇ ਸਿੱਖਾਂ ਨੇ ਹੱਥ ਜੋੜ ਕੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ। ਗੁਰੂ ਗਰੀਬ ਨਵਾਜ ਸੁਜਾਨਾ। ਸਤਿਗੁਰੂ ਜੀ ਤੁਸੀਂ ਤੇ ਸੁਜਾਨ ਸਾਰਾ ਕੁਝ ਜਾਣਨ ਵਾਲੇ ਹੋ। ਮਹਾਰਾਜ
ਤੁਸੀਂ ਤੇ ਗਰੀਬਾਂ ਦੇ ਉੱਤੇ ਦਇਆ ਕਰਨ ਵਾਲੇ ਮਹਾਨ ਸਤਿਗੁਰੂ ਸਾਰਾ ਕੁਝ ਜਾਣਦੇ ਹੋ। ਸਪਤ ਕੋਸ ਅਬਤਾਲ ਅਮੀਕੋ। ਪਾਤਸ਼ਾਹ ਜੀ ਤੁਹਾਨੂੰ ਸਭ ਕੁਝ ਪਤਾ ਹੈ। ਕੇਵਲ ਸਤਕ ਕੋ ਪੈਂਡਾ ਜਿਹੜਾ ਹੈ ਇੱਥੋਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਾ, ਉਹ ਬਾਕੀ ਬਚਦਾ ਹੈ। ਆਨ ਪਹੁੰਚੇ ਸਦਨ ਨਜੀਕੋ। ਪਾਤਸ਼ਾਹ ਮਹਾਰਾਜ ਹੁਣ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਜਿਹੜਾ ਆਪਣਾ ਘਰ ਹੈ, ਮਹਾਰਾਜ ਅਸੀਂ ਬਿਲਕੁਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਨੇੜੇ ਹੀ ਪਹੁੰਚ ਚੁੱਕੇ ਹਾਂ। ਥਿਰ ਹੋ ਆਪ ਕੀਜੇ ਬਿਸਰਾਮੋ। ਸਤਿਗੁਰੂ ਜੀ ਆਪ ਹੁਣ ਇਸ ਥਾਂ ਤੇ ਕੁਝ ਸਮਾਂ ਟਿਕਾਣਾ ਕਰੋ ਤੇ ਇੱਥੇ ਆਪ ਜੀ ਕੁਝ ਸਮਾਂ ਵਿਸਰਾਮ ਕਰਨਾ ਕਰੋ। ਕੋਰੇ ਹੁਤੇ ਸ਼ੀਗਰ ਬਹੁ ਗਾਮੋ। ਥੋੜੇ ਸਮੇਂ ਵਿੱਚ ਬਹੁਤਾ ਚੱਲਣ ਵਾਲੇ ਇਹ ਘੋੜੇ ਬਹੁਤ ਵਧੀਆ ਨਸਲ ਦੇ, ਜਿਹੜੇ ਬਹੁਤ ਤੇਜ਼ੀ ਨਾਲ ਦੌੜਨ ਵਾਲੇ ਆ, ਬੜੀ ਛੇਤੀ ਲੈ ਆਏ ਹਨ। ਗੁਰ ਬੂਜਨ ਕੀਨੇ ਸਿੱਖ ਫੇਰ। ਤੇ ਇਸੇ ਤਰ੍ਹਾਂ ਜਿਹੜੇ ਗੁਰੂ ਕੇ ਸਿੱਖ ਮਾਈ ਭਾਈ ਆ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੇ ਪਾਸੋਂ ਕੁਝ ਜਾਣਨਾ ਚਾਹੁੰਦੇ ਹਨ। ਜਾਣਿਆ ਕੌਣ ਪਤਾ ਤਮ ਹੀਰ। ਤੁਸੀਂ ਜਾਣਦੇ ਹੋ ਕੌਣ ਹੈ ਤੇ ਕੀ ਇੱਥੋਂ ਦਾ ਪਤਾ ਹੈ। ਤੁਸੀਂ ਇਸ ਹਨੇਰੇ ਦੇ ਵਿੱਚ ਇਸ ਥਾਂ ਨੂੰ ਜਾਂ ਇਹਦੇ ਬਾਰੇ ਕੋਈ ਪਤਾ ਲੱਗਾ ਹੈ? ਇਸ ਥਲ ਚਾਹੂ ਦਿਸਨ ਬਨ ਗਾਡੋ। ਇਹ ਜਿਹੜਾ ਥਾਂ ਹੈ, ਇਹ ਜਿਹੜੀ ਜਗ੍ਹਾ ਹੈ, ਇਸ ਥਾਂ ਤੇ ਚਾਰੇ ਪਾਸੇ ਜੰਗਲ ਹੀ ਜੰਗਲ ਨਜ਼ਰ ਆਉਂਦਾ ਹੈ, ਭਾਵ ਦਰਖਤ ਹੀ ਦਰਖਤ ਨਜ਼ਰ ਆਉਂਦੇ ਆ। ਇਹ ਥਾਂ ਜਿਹੜੀ ਆ, ਇਹ ਕਿਹੜੀ ਥਾਂ ਹੈ, ਕਿਸ ਥਾਂ ਤੇ ਉਤਾਰਾ ਕੀਤਾ ਹੈ? ਲਾਗ ਤਰ ਹੈ ਨ ਉੱਚਾ ਠੰਡ। ਇਹ ਜਿਹੜੀ ਜਗ੍ਹਾ ਹੈ, ਮੰਨ ਲਓ ਜਿਵੇਂ ਕੋਈ ਜੰਗਲ, ਤਾਂ ਜਿਸ ਨੂੰ ਉਜਾੜ ਵੀ ਕਿਹਾ ਜਾਂਦਾ ਹੈ, ਜਿਸ ਲਾਗੇ ਕੋਈ ਬਹੁਤੀ ਵਸੋਂ ਨਾ ਹੋਵੇ। ਇਹ ਕੈਸੀ ਜਗ੍ਹਾ ਹੈ? ਨਿਕਟ ਗਰਮ ਪੀ ਲਖੀਅਤ ਨਾ ਹੈ। ਇਹਦੇ ਨੇੜੇ ਤੇੜੇ ਕੋਈ ਪਿੰਡ ਵੀ ਨਜ਼ਰ ਨਹੀਂ ਆਉਂਦਾ। ਇਹਦੇ ਆਸ-ਪਾਸ ਕੋਈ ਨਗਰ ਜਿੱਥੇ ਕੋਈ ਵਸੋਂ ਹੋਵੇ ਦਿਖਾਈ ਨਹੀਂ ਦਿੰਦਾ ਹੈ। ਮਹਾ ਉਜਾਰ ਸਬਨ ਦਿਸ਼ ਮਾਹ। ਇੱਕ ਉਜਾੜ ਇੱਥੇ ਤੇ ਵੱਡੀ ਉਜਾੜ ਜਿਹੜੀ ਆ ਸਾਰੇ ਪਾਸਿਆਂ ਤੋਂ ਨਜ਼ਰ ਆਉਂਦੀ ਹੈ, ਭਾਵ ਇੱਥੇ ਕੋਈ ਵਸੋਂ ਵਾਲਾ ਘਰ ਨਹੀਂ ਦਿਖਾਈ ਦਿੰਦਾ, ਕੋਈ ਪਿੰਡ ਦਿਖਾਈ ਨਹੀਂ ਦਿੰਦਾ। ਇਹ ਕਿਹੜੀ ਦਿਸ਼ਾ ਪੈਂਦੀ ਹੈ? ਪੌਣ ਸਿੱਖ ਭੇਤੀ ਤਹ ਕੇ ਹੁੱਤੇ। ਭੇਤੀ ਸਿੱਖ ਜਿਹੜੇ ਕਿਸੇ ਸਥਾਨ ਦਾ ਕੋਈ ਥਹੁ ਪਤਾ ਜਾਣਦੇ ਹੋਣ, ਜਿਹੜੇ ਉਸ ਬਾਰੇ ਕੋਈ ਜਾਣਕਾਰੀ ਰੱਖਦੇ ਹਨ, ਲੱਗੇ ਬਤਾਵਨ ਸਗਰੇ ਪਤੇ। ਉਹ ਸਾਰੇ ਪਤੇ ਜੋ ਕੁਛ ਵੀ ਆ, ਜਿਨ੍ਹਾਂ ਨੂੰ ਉਸ ਬਾਰੇ ਪਤਾ ਸੀ ਵੀ ਇਹ ਇਸ ਦੇ ਨੇੜੇ ਆਹ ਪਿੰਡ ਪੈਂਦਾ ਹੈ, ਇੱਥੇ ਆਹ ਜਗ੍ਹਾ ਹੈ, ਜਿਨ੍ਹਾਂ ਨੂੰ ਇਸ ਬਾਰੇ ਭੇਦ ਸੀ, ਜਿਨ੍ਹਾਂ ਨੂੰ ਇਸ ਬਾਰੇ ਗਿਆਨ ਸੀ, ਉਹ ਬਚਨ ਬਿਲਾਸ ਕਰ ਲੱਗੇ ਆ ਵੀ ਇੱਥੇ ਫਲਾਣਾ ਪਿੰਡ ਪੈਂਦਾ ਹੈ, ਇਹ ਫਲਾਣੀ ਜਗ੍ਹਾ ਹੈ। ਤੇ ਸਤਿਗੁਰੂ ਜੀ ਅਸੀਂ ਇਸ ਥਾਂ ਤੇ ਅਸੀਂ ਆ ਚੁੱਕੇ ਹਾਂ। ਤੇ ਉਹ ਪਿੰਡ ਕਿਹੜਾ ਹੋਵੇਗਾ? ਜਿੱਥੇ ਅੱਜ ਗੁਰਦੁਆਰਾ ਗੁਰੂਸਰ, ਜਿਹਨੂੰ ਮਾਧੋ ਕੇ ਬਰਾੜ ਵੀ ਕਿਹਾ ਜਾਂਦਾ ਹੈ, 6ਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਸ ਥਾਂ ਤੇ ਪਹੁੰਚਦੇ ਆ। ਅੱਜ ਉੱਥੇ ਸਾਲਾਨਾ ਜੋੜ ਮੇਲਾ ਬਹੁਤ ਵੱਡੇ ਪੱਧਰ ਉੱਤੇ ਲੱਗਦਾ ਹੈ। ਇਸੇ ਸੰਬੰਧ ਵਿੱਚ ਕਿ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਸਿੱਖਾਂ ਅਤੇ ਸੇਵਕਾਂ ਦੇ ਨਾਲ ਇੱਥੇ ਆਏ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਾਤ ਇੱਥੇ ਵਿਸਰਾਮ ਕੀਤਾ, ਗੁਰੂ ਕੀਆਂ ਸਿੱਖ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ। ਉਸ ਖੁਸ਼ੀ ਦੇ ਵਿੱਚ ਜਿਹੜਾ ਇਹ ਮਾਧੋ ਕੇ ਬਰਾੜ ਨਗਰ ਆ, ਜਿੱਥੇ ਮਹਾਰਾਜ ਜੀ ਠਹਿਰਦੇ ਆ, ਉਹਦਾ ਨਾਮ ਹੈ ਗੁਰਦੁਆਰਾ ਗੁਰੂਸਰ ਸਾਹਿਬ। ਸਿੱਖਾਂ ਨੇ ਬੇਨਤੀ ਕਰਨੀ ਹੈ ਸੱਚੇ ਪਾਤਸ਼ਾਹ ਇਸ਼ਨਾਨ ਕਿਵੇਂ ਕੀਤਾ ਜਾਏ, ਤੇ ਉੱਥੇ ਇੱਕ ਛੋਟੀ ਜਿਹੀ ਛੱਪੜੀ ਹੈ ਜਿਹਨੂੰ ਛੱਪੜ ਕਿਹਾ ਜਾਂਦਾ। ਨਗਰਾਂ ਦੇ ਵਿੱਚ
ਉਸ ਸਥਾਨ ਦੇ ਉੱਤੇ ਅੜ ਸਮਾਂ ਪਾ ਕੇ ਸਰੋਵਰ ਬਣਿਆ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇਸ ਸਥਾਨ ਉੱਤੇ ਠਹਿਰਨਗੇ ਅਤੇ ਕਿਵੇਂ ਗੁਰੂ ਕੇ ਸਿੱਖ ਮਾਈ ਭਾਈ ਮਹਾਰਾਜ ਜੀ ਦੇ ਨਾਲ ਅਗਲੇ ਬਚਨਾਂ ਦੀ ਸਾਂਝ ਪਾਉਣਗੇ। ਇਹ ਜੋ ਬਾਕੀ ਪ੍ਰਸੰਗ ਆ ਉਹ ਕੱਲ੍ਹ ਸ਼ਾਮ ਦੇ ਦੀਵਾਨ ਦੇ ਅੰਦਰ ਗੁਰੂ ਕੀ ਸੰਗਤ ਦੇ ਨਾਲ ਵਿਚਾਰਿਆ ਜਾਏਗਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸਮੂਹ ਸੰਗਤ ਮਾਈ ਭਾਈ ਦਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਧੰਨਵਾਦ। ਫਿਰ ਦੁਬਾਰਾ ਸਮੂਹ ਸੰਗਤ ਨੂੰ 7ਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਸਾਰੀ ਸੰਗਤ ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।